ਕਿਹੜੀਆਂ-ਕਿਹੜੀਆਂ ਚੁਣੌਤੀਆਂ ਦੇਖਦੇ ਹੋ ਕਿ ਕਿਵੇਂ ਦਾ ਇਸ ਵਕਤ ਦਾ ਦੌਰ ਹੈ ਜਿਹੜਾ, ਜਾਂ ਕਿਹੜੀਆਂ-ਕਿਹੜੀਆਂ ਮੁੱਖ ਸਮੱਸਿਆਵਾਂ ਨੇ ਜਿਹੜੀਆਂ ਤੁਹਾਡੇ ਕਾਰਜਕਾਲ ਦੇ ਵਿੱਚ ਤੁਹਾਡੇ ਸਾਹਮਣੇ ਜਿਹੜੀਆਂ ਆ ਰਹੀਆਂ? ਸਮੱਸਿਆਵਾਂ ਜੇ ਤਾਂ ਗੁਰੂ ਤੇ ਨਿਸ਼ਚਾ ਹੋਵੇ ਸਮੱਸਿਆਵਾਂ ਕੋਈ ਨਹੀਂ ਰਹਿੰਦੀਆਂ, ਪਰ ਕਿਉਂਕਿ ਸਮਾਜ ਦੇ ਵਿੱਚ ਖੜੋਤ ਆ ਗਈ ਆ ਨਵੀਂ, ਕਿਉਂਕਿ ਕੋਵਿਡ ਦਾ ਸਮਾਂ ਚੱਲ ਗਿਆ, ਉਹਦੇ ਨਾਲ ਸਮੁੱਚੀ ਦੁਨੀਆ ਦਾ ਜਿਹੜਾ ਅਰਥ ਵਿਵਸਥਾ ਸੀ ਉਹ ਹਿੱਲ ਗਈ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸਾਰਾ ਕਾਰਜ ਆ ਇਹ ਗੁਰੂ ਦੀਆਂ ਗੋਲਕਾਂ ਦੇ ਵਿੱਚੋਂ ਦਸਵੰਧ ਤੇ ਹੋਰ ਜਾਇਦਾਦਾਂ ਦੇ ਵਿੱਚੋਂ ਜਿਹੜਾ ਦਸਵੰਧ ਆਉਂਦਾ ਉਹਦੇ ਨਾਲ ਚੱਲਦੀ ਆ। ਪਰ ਮੈਂ ਕਹਿ ਸਕਦਾ, ਪਰ ਇਹ ਕੋਵਿਡ ਦੇ ਪੈਣ ਹੋਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਨੇ ਆਪਣੇ ਜਿੰਨੇ ਵੀ ਵਰਕਰ ਸਾਹਿਬਾਨ ਆ ਉਹਨਾਂ ਦੀ ਕਿਸੇ ਤਨਖਾਹ ਵਿੱਚ ਕੋਈ ਕਟੌਤ ਨਹੀਂ ਕੀਤੀ, ਔਰ ਉਸੇ ਤਰ੍ਹਾਂ ਜਿੱਦਾਂ ਪਹਿਲਾਂ ਤਨਖਾਹ ਸੀ ਉਵੇਂ ਦਿੰਦੇ ਰਹੇ। ਅੱਗੇ ਵੋਟਾਂ ਦਾ ਸਮਾਂ ਆ, ਵੋਟਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਦੇ ਵਿੱਚ ਇੱਕ ਦੂਜੇ ਵੱਲ ਟਪੂਸੀ ਮਾਰਨ ਦਾ ਜਿਹੜਾ ਦੌਰ ਆ ਉਹ ਸ਼ੁਰੂ ਹੋ ਚੁੱਕਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਨਾਲ ਦੀ ਇੱਕ ਹੋਰ ਸੰਸਥਾ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਉਹਨਾਂ ਦੇ ਪ੍ਰਧਾਨ ਬੀਜੇਪੀ ਦੇ ਵੀ ਸ਼ਾਮਲ ਹੋ ਜਾਂਦੇ ਨੇ। ਤਾਂ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਬਿਆਨ ਆਉਂਦਾ ਹੈ ਕਿ ਉਹਨਾਂ ਨੂੰ ਕਿਸੇ ਦਬਾਅ ਦੇ ਅੰਤਰਗਤ ਜਾਂ ਜਿਹੜੀਆਂ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਸੀ ਬਹੁਤ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਉੱਧਰ ਲਿਜਾਇਆ ਗਿਆ। ਕਿ ਤੁਹਾਨੂੰ ਵੀ ਭਾਜਪਾ ਦੇ ਵੱਲੋਂ ਕੋਈ ਇਸ ਤਰ੍ਹਾਂ ਦਾ ਕੋਈ ਸੰਪਰਕ ਜਾਂ ਕੀਤਾ ਗਿਆ? ਇੱਕ ਸਾਡਾ ਪਿਛੋਕੜ ਆ ਹੁਣ ਤੱਕ ਦਾ ਕੌਮ ਦਾ ਸਾਰੀ ਦਾ, ਕਿ ਸਾਨੂੰ ਗੁਰੂ ਸਾਹਿਬ ਜੀ ਦੇ ਵੇਲੇ ਤੋਂ ਇਹ ਗੁਰੂ ਸਾਹਿਬ ਨੇ ਪਿਰਤ ਪਾਈ ਪਈ ਅਸੀਂ ਦਿੱਲੀ ਤਖਤ ਨਾਲ ਹਮੇਸ਼ਾ ਹੀ ਭਿੜਦੇ ਰਹੇ ਹਾਂ। ਕੋਈ ਚੁਣੌਤੀ ਨਹੀਂ ਸਾਨੂੰ, ਬੀਜੇਪੀ ਆ ਜਾਵੇ ਜਾਂ ਕੋਈ ਹੋਰ ਆ ਜਾਵੇ, ਜਿੰਨੀਆਂ ਚੁਣੌਤੀਆਂ ਦੇਣਗੇ ਖਾਲਸਾ ਉਨਾ ਹੀ ਤਕੜਾ ਹੁੰਦਾ। ਜਿੱਥੋਂ ਤੱਕ ਸਰਸਾ ਸਾਹਿਬ ਦੀ ਗੱਲ ਆ, ਉਹ ਪਤਾ ਨਹੀਂ ਹੁਣ ਕੀ ਉਹਨਾਂ ਦੀ ਮਜਬੂਰੀ ਰਹੀ ਹੋਊਗੀ, ਨਹੀਂ ਤਾਂ ਖਾਲਸਾ ਤਾਂ ਕਦੇ ਅੰਦਰ ਜਾਣ ਤੋਂ ਡਰਿਆ ਨਹੀਂ, ਤਾਂ ਚਾਅ ਨਾਲ ਅੰਦਰ ਜਾਂਦੇ। ਜੇਲ੍ਹਾਂ ਜਾਣ ਤੋਂ ਜਾਂ ਚੁਣੌਤੀਆਂ ਤੋਂ ਨਹੀਂ ਡਰਦਾ, ਕਿਉਂਕਿ ਸਾਡੀ ਤਾਂ ਪਿਰਤ ਹੀ ਪੰਜਾਬ ਦੇ ਲੋਕਾਂ ਦੀ, ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ, ਤਾਂ ਅਸੀਂ ਤਾਂ ਹਮੇਸ਼ਾ ਹੀ ਸਵੀਕਾਰ ਕੀਤੀ ਆ। ਕੋਈ ਚੁਣੌਤੀ ਨਹੀਂ, ਬੀਜੇਪੀ ਆਊਗੀ, ਜਿੰਨੀ ਬੀਜੇਪੀ ਥ੍ਰੈਟ ਕਰੂਗੀ ਉਹਨਾਂ ਖਾਲਸਾ ਹੋਰ ਤਕੜਾ ਹੋਊਗਾ। ਤੁਸੀਂ ਦੇਖ ਰਹੇ ਹੋ KTV UK, ਮੈਂ ਅਮਨਦੀਪ ਸਿੰਘ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵਨਿਯੁਕਤ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਡੇ ਨਾਲ ਮੌਜੂਦ ਨੇ। ਉਹਨਾਂ ਦੇ ਨਾਲ ਕੁਝ ਪਲ ਵਿਚਾਰਾਂ ਦੀ ਜਿਹੜੀ ਸਾਂਝ ਆ ਉਹ ਅਸੀਂ ਪਾਵਾਂਗੇ। ਪ੍ਰਧਾਨ ਜੀ, ਸਭ ਤੋਂ ਪਹਿਲਾਂ ਤਾਂ KTV ਚੈਨਲ 'ਤੇ ਤੁਹਾਡਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਧੰਨਵਾਦ ਬਹੁਤ ਬਹੁਤ ਜੀ ਤੁਹਾਡਾ। ਸਭ ਤੋਂ ਪਹਿਲਾਂ ਤਾਂ ਜਿਹੜੀ ਸੇਵਾ ਤੁਹਾਨੂੰ ਮਿਲੀ ਆ ਉਹਦੇ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਬਹੁਤ ਧੰਨਵਾਦ ਜੀ, ਬਹੁਤ ਗੁਰੂ ਸਾਹਿਬ ਕਿਰਪਾ ਕਰ। ਸਭ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਚੁਣੌਤੀਆਂ ਦੇਖਦੇ ਹੋ ਕਿ ਕਿਵੇਂ ਦਾ ਇਸ ਵਕਤ ਦਾ ਦੌਰ ਹੈ ਜਿਹੜਾ, ਜਾਂ ਕਿਹੜੀਆਂ-ਕਿਹੜੀਆਂ ਮੁੱਖ ਸਮੱਸਿਆਵਾਂ ਨੇ ਜਿਹੜੀਆਂ ਤੁਹਾਡੇ ਕਾਰਜਕਾਲ ਦੇ ਵਿੱਚ ਤੁਹਾਡੇ ਸਾਹਮਣੇ ਜਿਹੜੀਆਂ ਆ ਰਹੀਆਂ? ਦੇਖੋ, ਕਿਉਂਕਿ ਮੈਂ 2 ਸਾਲ ਦਾ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਬਤੌਰ ਜਨਰਲ ਸਕੱਤਰ ਤੇ ਪਿਛਲੇ ਸਾਲ ਬਤੌਰ ਮੁੱਖ ਸਕੱਤਰ ਮੈਂ ਉੱਥੇ ਇਹ ਕਾਰਜ ਕਰਦਾ ਆ ਰਿਹਾ। ਹੁਣ ਐਤਕੀ ਬਤੌਰ ਮੁੱਖ ਸੇਵਾਦਾਰ ਕੌਮ ਨੇ ਮੈਨੂੰ ਸੌਂਪੀ ਆ। ਸਮੱਸਿਆਵਾਂ ਜੇ ਤਾਂ ਗੁਰੂ ਤੇ ਨਿਸ਼ਚਾ ਹੋਵੇ ਸਮੱਸਿਆਵਾਂ ਕੋਈ ਨਹੀਂ ਰਹਿੰਦੀਆਂ, ਪਰ ਕਿਉਂਕਿ ਸਮਾਜ ਦੇ ਵਿੱਚ ਖੜੋਤ ਆ ਗਈ ਆ ਨਵੀਂ, ਕਿਉਂਕਿ ਕੋਵਿਡ ਦਾ ਸਮਾਂ ਚੱਲ ਗਿਆ, ਉਹਦੇ ਨਾਲ ਸਮੁੱਚੀ ਦੁਨੀਆ ਦਾ ਜਿਹੜਾ ਅਰਥ ਵਿਵਸਥਾ ਸੀ ਉਹ ਹਿੱਲ ਗਈ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸਾਰਾ ਕਾਰਜ ਆ ਇਹ ਗੁਰੂ ਦੀਆਂ ਗੋਲਕਾਂ ਦੇ ਵਿੱਚੋਂ ਦਸਵੰਧ ਤੇ ਹੋਰ ਜਾਇਦਾਦਾਂ ਦੇ ਵਿੱਚੋਂ ਜਿਹੜਾ ਦਸਵੰਧ ਆਉਂਦਾ ਉਹਦੇ ਨਾਲ ਚੱਲਦੀ ਆ। ਤੇ ਸਾਡੇ ਵੀ ਕਿਉਂਕਿ ਸਮੱਸਿਆਵਾਂ ਵੱਡੀਆਂ ਸਾਨੂੰ ਐਜੂਕੇਸ਼ਨ ਨਾਲ ਸੰਬੰਧਿਤ ਆ, ਪਰ ਮੈਂ ਕਹਿ ਸਕਦਾ, ਪਰ ਇਹ ਕੋਵਿਡ ਦੇ ਪੈਣ ਹੋਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਨੇ ਆਪਣੇ ਜਿੰਨੇ ਵੀ ਵਰਕਰ ਸਾਹਿਬਾਨ ਆ ਉਹਨਾਂ ਦੀ ਕਿਸੇ ਤਨਖਾਹ ਵਿੱਚ ਕੋਈ ਕਟੌਤ ਨਹੀਂ ਕੀਤੀ, ਔਰ ਉਸੇ ਤਰ੍ਹਾਂ ਜਿੱਦਾਂ ਪਹਿਲਾਂ ਤਨਖਾਹ ਸੀ ਉਵੇਂ ਦਿੰਦੇ ਰਹੇ। ਐਜੂਕੇਸ਼ਨ ਦੇ ਵਿੱਚ ਇੱਕ ਕਿਉਂਕਿ 2016 ਤੋਂ ਬਾਅਦ ਮਾਈਗ੍ਰੇਸ਼ਨ ਦੀ ਬੜੀ ਵੱਡੀ ਸਮੱਸਿਆ ਆ ਗਈ, ਤੇ ਉਹਨਾਂ ਸੰਸਥਾਵਾਂ ਕਰਕੇ ਹੌਲੀ ਹੌਲੀ ਕਿਉਂਕਿ ਬੱਚੇ ਘਟਦੇ ਆ, ਸਟਾਫ ਉਵੇਂ ਦਾ ਉਵੇਂ ਹੀ ਆ, ਉਹਦੇ ਕਰਕੇ ਥੋੜ੍ਹੀ ਜਿਹੀ ਇਹ ਸਮੱਸਿਆ। ਪਰ ਮੈਨੂੰ ਖੁਸ਼ੀ ਆ ਕਿ ਸਾਡੇ ਜਿਹੜੇ 2 ਯੂਨੀਵਰਸਿਟੀਆਂ ਜਿਨ੍ਹਾਂ ਦੇ ਵਿੱਚ ਗੁਰੂ ਰਾਮਦਾਸ ਮੈਡੀਕਲ ਕਾਲਜ ਜਿਹੜਾ ਸਾਡੇ ਬੱਲੇ ਵਿਖੇ ਚੱਲ ਰਿਹਾ, ਉਹ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਵਿੱਚ ਨੰਬਰ 1 ਪੰਜਾਬ ਸਰਕਾਰ ਨੇ ਡਿਕਲੇਅਰ ਕੀਤਾ ਸੀ, ਕਿਉਂਕਿ ਮਨੁੱਖਤਾ ਦੀ ਸਮੁੱਚੇ ਤੌਰ 'ਤੇ ਉਹ ਸੇਵਾ ਕਰਦਾ ਆ। ਇੱਦਾਂ ਹੀ ਸਾਡੇ ਕੋਲ ਮੀਰੀ ਪੀਰੀ ਕਾਲਜ ਜਿਹੜਾ ਸ਼ਾਹਬਾਦ ਮਰਕੰਡਾ, ਉੱਥੇ ਲਗਭਗ ਸਾਡੀ ਬਹੁਤ ਵੱਡੀ OPD ਆ ਜਿਹੜੀ ਉੱਥੇ ਲੋਕ ਆਪਣੀਆਂ ਸੁੱਖ ਸਹੂਲਤਾਂ ਮੈਡੀਕਲ ਦੀਆਂ ਲੈਂਦੇ ਆ। ਇਵੇਂ ਗੁਰੂ ਗ੍ਰੰਥ ਸਾਹਿਬ ਵਰਲਡ ਸਿੱਖ ਯੂਨੀਵਰਸਿਟੀ ਜਿਹੜੀ ਸਾਡੀ, ਔਰ ਇਵੇਂ ਹੋਰ ਸਾਡੇ ਸਕੂਲ ਕਾਲਜ ਆ ਜਿਨ੍ਹਾਂ ਵਿੱਚ ਸਮੱਸਿਆਵਾਂ ਤਾਂ ਹੈਗੀਆਂ, ਪਰ ਗੁਰੂ ਜੇ ਕਿਰਪਾ ਕਰੂ, ਸਤਿਗੁਰੂ ਜੀ ਕਰਨਗੇ, ਮੈਨੂੰ ਪੂਰਾ ਭਰੋਸਾ। ਉਹ ਸਾਰਾ ਜਿਹੜਾ ਗੁਰੂ ਸਾਹਿਬ ਜੀ ਆਪ ਹੀ ਕੁਛ ਹੈਗਾ ਜਿਹੜਾ ਸਾਨੂੰ ਮਾਲੀ ਤੌਰ 'ਤੇ ਥੋੜ੍ਹਾ ਖੜੋਤ ਆਈ ਆ, ਉਹ ਸਤਿਗੁਰੂ ਜੀ ਆਪ ਹੀ ਦੂਰ ਕਰ ਦੇਣਗੇ। ਜਿਵੇਂ ਅੱਗੇ ਵੋਟਾਂ ਦਾ ਸਮਾਂ ਆ,
ਵੋਟਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਦੇ ਵਿੱਚ ਇੱਕ ਦੂਜੇ ਵੱਲ ਟਪੂਸੀ ਮਾਰਨ ਦਾ ਜਿਹੜਾ ਦੌਰ ਆ ਉਹ ਸ਼ੁਰੂ ਹੋ ਚੁੱਕਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਨਾਲ ਦੀ ਇੱਕ ਹੋਰ ਸੰਸਥਾ ਹੈ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਉਹਨਾਂ ਦੇ ਪ੍ਰਧਾਨ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਤਾਂ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਬਿਆਨ ਆਉਂਦਾ ਹੈ ਕਿ ਉਹਨਾਂ ਨੂੰ ਕਿਸੇ ਦਬਾਅ ਦੇ ਅੰਤਰਗਤ ਜਾਂ ਜਿਹੜੀਆਂ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਸੀ ਬਹੁਤ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਉੱਧਰ ਲਿਜਾਇਆ ਗਿਆ। ਕਿ ਤੁਹਾਨੂੰ ਵੀ ਭਾਜਪਾ ਦੇ ਵੱਲੋਂ ਕੋਈ ਇਸ ਤਰ੍ਹਾਂ ਦਾ ਕੋਈ ਸੰਪਰਕ ਜਾਂ ਕੀਤਾ ਗਿਆ? ਇੱਕ ਸਾਡਾ ਪਿਛੋਕੜ ਆ ਹੁਣ ਤੱਕ ਦਾ ਕੌਮ ਦਾ ਸਾਰੀ ਦਾ, ਕਿ ਸਾਨੂੰ ਗੁਰੂ ਸਾਹਿਬ ਜੀ ਦੇ ਵੇਲੇ ਤੋਂ ਇਹ ਗੁਰੂ ਸਾਹਿਬ ਨੇ ਪਿਰਤ ਪਾਈ ਪਈ, ਅਸੀਂ ਦਿੱਲੀ ਤਖਤ ਨਾਲ ਹਮੇਸ਼ਾ ਹੀ ਭਿੜਦੇ ਰਹੇ ਹਾਂ। ਕੋਈ ਚੁਣੌਤੀ ਨਹੀਂ ਸਾਨੂੰ, ਬੀਜੇਪੀ ਆ ਜਾਵੇ ਜਾਂ ਕੋਈ ਹੋਰ ਆ ਜਾਵੇ, ਜਿੰਨੀਆਂ ਚੁਣੌਤੀਆਂ ਦੇਣਗੇ ਖਾਲਸਾ ਉਨਾ ਹੀ ਤਕੜਾ ਹੁੰਦਾ। ਜਿੱਥੋਂ ਤੱਕ ਸਰਸਾ ਸਾਹਿਬ ਦੀ ਗੱਲ ਆ, ਉਹ ਪਤਾ ਨਹੀਂ ਹੁਣ ਕੀ ਉਹਨਾਂ ਦੀ ਮਜਬੂਰੀ ਰਹੀ ਹੋਊਗੀ, ਨਹੀਂ ਤਾਂ ਖਾਲਸਾ ਤਾਂ ਕਦੇ ਅੰਦਰ ਜਾਣ ਤੋਂ ਡਰਿਆ ਨਹੀਂ, ਤਾਂ ਚਾਅ ਨਾਲ ਅੰਦਰ ਜਾਂਦੇ। ਤਾਂ ਮੈਨੂੰ ਉਹ ਪੁਰਾਣਾ ਚੇਤਾ ਸਮਾਂ ਆਉਂਦਾ ਜਿਸ ਵੇਲੇ ਲੋਕ ਪੁੱਛਦੇ ਸੀ ਵੀ ਮੋਰਚਾ ਕਦੋਂ ਲੱਗਣਾ, ਤਾਂ ਕਿ ਪੰਥ ਖਾਲਸੇ ਦੇ ਨਾਲ ਜਾ ਕੇ ਜੇਲ੍ਹਾਂ ਦੇ ਵਿੱਚ, ਕਿਉਂਕਿ ਇਸ ਕਰਕੇ ਸ਼ੌਂਕ ਨੂੰ ਨਹੀਂ ਸੀ ਜਾਂਦੇ। ਜਦੋਂ ਵੀ ਸਰਕਾਰ ਦੀਆਂ ਚੁਣੌਤੀਆਂ ਹੁੰਦੀਆਂ ਸੀ ਉਹ ਚੁਣੌਤੀਆਂ ਨੂੰ ਸਵੀਕਾਰ ਕਰਦੇ ਸੀ। ਤੇ ਸਰਸਾ ਸਾਹਿਬ ਦੀ ਪਤਾ ਨਹੀਂ ਕੀ ਵੱਡੀ ਮਜਬੂਰੀ ਹੋਊਗੀ ਵੀ ਉਹ ਜਿਹੜੇ ਚੱਲ ਗਏ ਆ, ਪਰ ਗਲਤ ਕੀਤਾ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਡਾ ਵੱਡਾ ਮਾਣ ਕੌਮ ਨੇ ਬਖਸ਼ਿਸ਼ ਕੀਤਾ ਸੀ, ਸ਼੍ਰੋਮਣੀ ਅਕਾਲੀ ਦਲ ਨੇ ਮਾਣ ਬਖਸ਼ਿਸ਼ ਕੀਤਾ ਸੀਗਾ। MLA ਵੀ ਲੜਦੇ ਰਹੇ ਆ, ਬਣੇ ਵੀ ਉੱਥੋਂ ਭਾਵੇਂ ਬੀਜੇਪੀ ਦੀ ਟਿਕਟ ਤੋਂ ਬਣੇ ਸੀ। ਪਰ ਆ ਜਿਹੜਾ ਪਿਛਲਾ ਸਮਾਂ ਸੀਗਾ ਜਿਹਦੇ ਵਿੱਚ ਕਿਸਾਨੀ ਸੰਘਰਸ਼ ਸੀ ਆਪਣਾ ਯੋਗਦਾਨ ਪਾਇਆ, ਪਰ ਉਸ ਪਾਰਟੀ ਨਾਲੇ ਜਾ ਰਲੇ ਜਿਹਨੇ 700 ਕਿਸਾਨਾਂ ਦੀ ਸਾਡੀ ਜਾਨ ਲਈ ਆ। ਬਹੁਤ ਮੰਦਭਾਗੀ ਗੱਲ ਆ। ਮੈਂ ਸਮਝਦਾ ਖਾਲਸਾ ਕਦੇ ਜੇਲ੍ਹਾਂ ਜਾਣ ਤੋਂ ਜਾਂ ਚੁਣੌਤੀਆਂ ਤੋਂ ਨਹੀਂ ਡਰਦਾ, ਕਿਉਂਕਿ ਸਾਡੀ ਤਾਂ ਪਿਰਤੇ ਪੰਜਾਬ ਦੇ ਲੋਕਾਂ ਦੀ, ਪੰਜਾਬ ਵਾਸਦਾ ਗੁਰਾਂ ਦੇ ਨਾਂ ਤੇ, ਤਾਂ ਅਸੀਂ ਤਾਂ ਹਮੇਸ਼ਾ ਹੀ ਸਵੀਕਾਰ ਕੀਤੀ ਆ। ਕੋਈ ਚੁਣੌਤੀ ਨਹੀਂ, ਬੀਜੇਪੀ ਆਊਗੀ, ਜਿੰਨੇ ਬੀਜੇਪੀ ਥ੍ਰੈਟ ਕਰੂਗੀ ਉਹਨਾਂ ਖਾਲਸਾ ਹੋਰ ਤਕੜਾ ਹੋਊਗਾ। ਦਿੱਲੀ ਕਮੇਟੀ ਉਹਨਾਂ ਨੌਜਵਾਨਾਂ ਦੇ ਕੇਸ ਲੜਦੀ ਰਹੀ ਹੈ ਜਿਨ੍ਹਾਂ ਦੇ ਉੱਤੇ 26 ਜਨਵਰੀ ਜਾਂ ਕਿਸਾਨੀ ਅੰਦੋਲਨ ਦੇ ਵਿੱਚ ਜਿਨ੍ਹਾਂ ਉੱਤੇ ਪਰਚੇ ਪਏ ਨੇ। ਜੇਕਰ ਉਹ ਹੁਣ ਕੇਸ ਨਹੀਂ ਲੜਦੀ, ਤੁਸੀਂ ਉਹਨਾਂ ਨੌਜਵਾਨਾਂ ਦੇ ਕੇਸ ਲੜਦੇ ਰਹੇ ਹੋ ਜੀ। ਦੇਖੋ ਹੁਣ ਕਿਉਂਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪਿੱਛੇ ਚੋਣ ਹੋ ਕੇ ਹਟੀ ਆ, ਇਹ ਸਰਸਾ ਸਾਹਿਬ ਚੋਣ ਹਾਰ ਗਏ ਸੀ। ਅਸੀਂ ਇੱਥੋਂ ਨੋਮੀਨੇਸ਼ਨ, ਕਿਉਂਕਿ ਉਹਦੇ ਵਿੱਚ ਇੱਕ ਮੈਂਬਰ ਨੋਮੀਨੇਟ ਕਰਨਾ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਅਸੀਂ ਇੱਕ ਮੈਂਬਰ ਨੋਮੀਨੇਟ ਕਰਕੇ ਸਰਸੇ ਨੂੰ ਭੇਜਿਆ ਸੀ, ਪਰ ਉਹਨਾਂ ਦੀ ਆਪਣੀ ਉਹ ਡਿਸਕੁਆਲੀਫਾਈ ਉਹਨਾਂ ਨੇ ਕਰ ਦਿੱਤਾ। ਫਿਰ ਅਸੀਂ ਕੋਰਟਾਂ ਦੇ ਵਿੱਚ ਵੀ ਗਏ ਇਸ ਫੈਸਲੇ ਦੇ ਖਿਲਾਫ, ਕਿਉਂਕਿ ਉਹਦੇ ਵਿੱਚ ਬੜਾ ਵੱਡਾ ਇੱਕ ਸਮੱਸਿਆ ਜਿਹੜੀ ਇੱਕ ਭਾਰਤੀ ਜਨਤਾ ਪਾਰਟੀ, ਦੂਜੀ ਦਿੱਲੀ ਦੀ ਆਪ ਵਾਲੀ ਸਰਕਾਰ, ਉਹ ਨਹੀਂ ਚਾਹੁੰਦੇ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ, ਕਿਉਂਕਿ ਸਾਡੇ ਕੋਲ ਮੈਜੋਰਟੀ ਆ, ਵੀ ਉਹ ਉਸੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾਉਣ। ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜੇ ਨੌਜਵਾਨਾਂ ਦੇ ਕੇਸਾਂ ਦੀ ਗੱਲ ਆ, ਜੇ ਨੌਜਵਾਨਾਂ ਦੇ ਕੇਸਾਂ ਦੀ, ਮੈਂ ਤਾਂ ਬਜਾਤੇ ਖੁਦ ਆਪ ਵਕੀਲ ਹਾਂ ਤੇ ਮੈਂ ਪਹਿਲਾਂ ਲੜਦਾ ਰਿਹਾ ਅੱਤਵਾਦ ਦੇ ਵਿੱਚ, ਤੇ ਮੈਨੂੰ ਆਪ ਵੀ ਚੱਲ ਜਾਊਗਾ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਕੀਲ ਹਾਇਰ ਕਰ ਲਊਗੀ। ਅਸੀਂ ਰਾਜੋਆਣੇ ਦੇ ਜਿਹੜੇ ਵਕੀਲ, ਤੁਹਾਨੂੰ ਇਸ ਗੱਲ ਦਾ ਮੈਂ ਜਾਣਕਾਰੀ ਦੇ ਦਿਆਂ, 14-15 ਲੱਖ ਰੁਪਇਆ ਪਰ ਪੇਸ਼ੀ ਅਸੀਂ ਦਿੰਦੇ ਹਾਂ। ਭੁੱਲਰ ਸਾਹਿਬ ਦੀ ਪੇਸ਼ੀ ਤੇ ਅਸੀਂ ਪੈਸੇ ਦਿੰਦੇ ਹਾਂ। ਪਿੱਛੇ ਬਿਆਨ ਸਿੰਘ ਕਾਂਡ ਦੇ ਵਿੱਚ ਲਖਵਿੰਦਰ ਸਿੰਘ, ਤੇ ਸਾਨੂੰ ਕੋਈ ਦਿੱਕਤ ਨਹੀਂ ਗੀ। ਪੰਥ ਖਾਲਸਾ ਤਾਂ ਬਣੇ ਗੁਰਸਿੱਖਾਂ ਦੇ ਹਿੱਤਾਂ ਲਈ ਆ, ਤੋ ਜੇ ਨਾ ਉਹ ਕਰਨਗੇ ਪੈਰਵੀ ਤੇ ਅਸੀਂ ਕਰਾਂਗੇ, ਬਿਲਕੁਲ ਕੋਈ ਦਿੱਕਤ ਨਹੀਂ। ਇੱਥੇ ਆਪਣੇ ਅਜੇ ਨਾਨਕਾ ਪਰਿਵਾਰ ਦੇ ਵਿੱਚ ਪਹੁੰਚਦੇ ਹੋ ਤਾਂ ਇੱਕ ਗੱਲ ਵੱਡੀ ਦੇਖਣ ਨੂੰ ਮਿਲੀ ਕਿ VIP ਕਲਚਰ ਨੂੰ ਤੁਸੀਂ ਪਾਸੇ ਰੱਖਿਆ, ਤਾਂ ਤੁਹਾਡੇ ਨਾਲ ਤੁਹਾਡੀ ਸਿਰਫ ਇੱਕ ਜਿਹੜੇ ਨਿੱਜੀ ਸੁਰੱਖਿਆ ਬਲਾਂ ਦੀਆਂ ਗੱਡੀਆਂ ਸੀ, ਤਾਂ ਕੋਈ ਸਰਕਾਰੀ ਸੁਰੱਖਿਆ ਜਿਹੜੀ ਨਹੀਂ ਲੱਤੀ ਗਈ। ਇਹਦੇ ਕੀ ਕਾਰਨ? ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਕੋਈ ਵੀ ਛੋਟਾ ਜਿਹਾ ਨੁਮਾਇੰਦਾ ਵੀ ਬਣਦਾ ਹੈ ਤਾਂ ਉਹ ਜ਼ਰੂਰ ਜਿਹੜੀ ਸਰਕਾਰੀ ਸਿਕਿਉਰਿਟੀ ਹੈ ਉਹ ਜ਼ਰੂਰ ਲੈਂਦਾ, ਬੱਤੀ ਵਾਲੀ ਗੱਡੀ ਲਾ ਲੈਂਦਾ। ਦੇਖੋ ਇੱਕ ਤਾਂ ਡੈਕੋਰਮ ਹੁੰਦਾ, ਸਰਕਾਰ ਦਾ ਇੱਕ ਪ੍ਰੋਟੋਕਾਲ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਉਹ ਸੁਰੱਖਿਆ ਮੁਹੱਈਆ ਕਰਦੇ ਆ, ਪਰ ਮੇਰਾ ਆਪਣਾ ਮੰਨਣਾ ਆ ਕਿਉਂਕਿ ਟਾਸਕ ਫੋਰਸ ਸਾਡੀ ਬਣੀ ਆ ਤੇ ਖਾਲਸਾ ਤਿਆਰ ਬਰ ਤਿਆਰ ਵੀ ਰਹਿੰਦਾ, ਪਰ ਜੋ ਪ੍ਰੋਟੋਕਾਲ ਕੋਲ ਤਹਿਤ ਕੱਲ ਨੂੰ ਪੈਸੇ ਦੇ ਵੀ ਸਕਦੇ ਆ ਉਹ, ਕਿਉਂਕਿ ਜਿਪਸੀ ਇੱਕ ਨਾਲ ਚੱਲਦੀ ਆ। ਤੇ ਮੈਂ ਤਾਂ ਐਵੇਂ ਵੀ ਨਹੀਂ ਸੀ ਚਾਹੁੰਦਾ ਵੀ ਜਿਪਸੀ ਨਾਲ ਚੱਲੇ, ਪਰ ਕਿਉਂਕਿ ਸਫ਼ਰ ਬਹੁਤ ਕਰਨਾ ਪੈਂਦਾ, ਉਹਦੇ ਨਾਲ ਥੋੜਾ ਬਹੁਤਾ ਰਾਹ ਸੌਖਾ ਹੋ ਜਾਂਦਾ ਆ। ਸੋ ਜਿੱਥੇ ਤੱਕ ਇੱਥੇ ਆਉਣ ਦੀ ਗੱਲ ਆ, ਜਾਂ ਕਹਿ ਲਈਏ ਵੀ ਆਹ ਜਿਹੜਾ ਆਪਾਂ ਕਹਿੰਦੇ ਵੀ ਸਾਦਗੀ, ਗੁਰੂ ਕੇ ਸਿੱਖ ਨੂੰ ਤਾਂ ਸਤਿਗੁਰੂ ਜੀ ਨੇ ਸਾਦਗੀ ਬਖਸ਼ਿਸ਼ ਕੀਤੀ ਆ, ਤੇ ਸਾਦਗੀ ਜੀਵਨ ਜਿਹੜਾ ਮੈਂ ਸਮਝਦਾ ਇਹ ਆਨੰਦਮਈ ਆ। ਦੂਜਾ ਤਾਂ ਘੜੀ ਦੀ ਘੜੀ ਹੈਗਾ ਆ, ਉਹ ਐਵੇਂ ਹੀ ਸਾਡੇ ਇੱਕ ਪਿੱਛੇ ਚੱਲਿਆ ਸੀ ਕੰਮ, ਬੱਤੀਆਂ ਲਾਲ ਲਾ ਲਓ, ਜਾਂ ਇੱਕ ਨਾਲ ਖਾਕੀ ਵਰਦੀ ਵਾਲਾ ਹੋਵੇ। ਚਲੋ ਉਹ ਵੀ ਕੁਝ ਹਾਲਾਤਾਂ ਦੇ ਵਿੱਚ ਲੀਡਰਾਂ ਨੂੰ ਨਾਲ ਰੱਖਣੇ ਪੈਂਦੇ ਆ, ਪਰ ਵੱਧ ਤੋਂ ਵੱਧ ਕੋਸ਼ਿਸ਼ ਯਤਨ ਕਰਨਾ ਚਾਹੀਦਾ ਵੀ ਸਾਦਾ ਜੀਵਨ ਜਿਹੜਾ ਉਹ ਜੀਣਾ ਚਾਹੀਦਾ। ਵਧੀਆ ਆ ਉਹ ਗੱਲ। ਸਿੱਖਿਆ ਖੇਤਰ ਵੱਲ ਤੁਸੀਂ ਧਿਆਨ ਦੇਣ ਦੀ ਗੱਲ ਕੀਤੀ ਕਿ ਸਿੱਖਿਆ ਖੇਤਰ ਵੱਲ ਵੱਡਾ ਜਿਹੜਾ ਧਿਆਨ ਆ ਉਹ ਦਿੱਤਾ ਜਾਊਗਾ। ਕੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਹੋਰ ਕਾਲਜ, ਯੂਨੀਵਰਸਿਟੀਆਂ ਸਥਾਪਿਤ ਕਰਨ ਜਾ ਰਹੀ ਹੈ? ਦੇਖੋ ਮੈਂ ਗਲਤ ਗੱਲ ਨਹੀਂ ਕਰਨੀ, ਯੂਨੀਵਰਸਿਟੀਆਂ ਅਸੀਂ ਕੋਈ ਸਥਾਪਿਤ ਨਹੀਂ ਕਰਨ ਜਾ ਰਹੇ, ਇਹਦਾ ਨੀਅਰ ਫਿਊਚਰ ਕੋਈ ਸਾਡਾ ਹੈ ਨਹੀਂਗਾ, ਕਿਉਂਕਿ ਜਿੰਨੇ ਸਾਡੇ ਇੰਜੀਨੀਅਰਿੰਗ ਕਾਲਜ ਚੱਲਦੇ ਆ
ਉਹਨਾਂ ਦੇ ਵਿੱਚ ਸਾਰੀ ਜਿਹੜੀ ਭਰਤੀ ਆ, ਹੁਣ ਤਾਂ ਚਲੋ ਖਾਲੀ ਹੋ ਗਏ ਉਹ ਘੱਟ ਸੀਟਾਂ, ਉਹ ਸਾਰੀ ਸਰਕਾਰ ਭਰਦੀ ਆ। ਸਾਡਾ ਮੈਡੀਕਲ ਕਾਲਜ ਆ, ਉਹ ਸਾਰੀਆਂ ਸੀਟਾਂ ਬਾਬਾ ਫਰੀਦ ਯੂਨੀਵਰਸਿਟੀ ਭਰਦੀ ਆ। ਸਾਡੇ ਕੋਲ ਤਾਂ ਇੱਕ ਮਾਈਨੋਰਟੀ ਕਮਿਊਨਿਟੀ ਦਾ ਸਟੇਟਸ ਆ, ਜਿਹਦੇ ਵਿੱਚ ਬੱਚੇ ਸਿੱਖੀ ਨਾਲ ਰਿਲੇਟਡ ਆ, ਉਹਨਾਂ ਦੇ ਦਾਖਲੇ ਹੋ ਜਾਂਦੇ, ਗੱਭੇ ਗੈਪ ਜਿਹੜੇ ਕੋਈ ਹੋਰ ਕਮਿਊਨਿਟੀ ਨਾਲ ਸੰਬੰਧ ਰੱਖਦੇ ਉਹ ਨਿਕਲ ਜਾਂਦੇ ਆ। ਸੋ ਉੱਦਾਂ ਅਦਰਵਾਈਜ਼ ਤਾਂ ਜੇ ਦੇਖਿਆ ਜਾਵੇ, ਆਪਾਂ ਹੁਣ ਇਹਨਾਂ ਨੂੰ ਮੇਨਟੇਨ ਕਰਨ ਦੀ ਗੱਲ ਕਰ ਰਹੇ ਹਾਂ। ਪਿੱਛੇ ਅਸੀਂ ਪਟਿਆਲੇ ਇੱਕ ਕਾਕੜ ਵਿਖੇ, ਉੱਥੇ ਅਸੀਂ ਆਪਣਾ ਨਾਭਾ, ਉੱਥੇ ਅਸੀਂ ਇੱਕ ਸਕੂਲ CBSE ਦਾ ਕੀਤਾ, ਕਿਉਂਕਿ ਸਾਡੇ ਬਹੁਤ ਸਾਰੇ ਸਕੂਲ PSEB ਨਾਲ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਾਲ ਰਿਲੇਟਡ ਆ, ਤੇ ਜਿਹੜੀ ਅੱਜ ਐਜੂਕੇਸ਼ਨ ਦਾ ਮਿਆਰ ਆ PSEB ਦੇ ਸਕੂਲਾਂ 'ਚ ਬਹੁਤ ਘੱਟ ਬੱਚੇ ਪੜ੍ਹਦੇ ਆ। ਤੇ ਅਸੀਂ ਹੁਣ ਪੈਟਰਨ ਚੇਂਜ ਇਸ ਕਰਕੇ ਕਰਨ ਜਾ ਰਹੇ ਹਾਂ ਕਿ CBSE ਦੇ ਪੈਟਰਨ ਜਾਂ ICSE ਦਾ ਪੈਟਰਨ ਲਿਆਂਦਾ ਜਾਵੇ, ਤਾਂ ਕਿ ਬੱਚਿਆਂ ਨੂੰ ਜਿੱਥੇ ਬੱਚਿਆਂ ਦਾ ਰੁਝਾਨ ਆ ਉਹ ਐਜੂਕੇਸ਼ਨ ਜਿਹੜੀ ਅਸੀਂ ਮੁਹੱਈਆ ਕਰਾਈ ਜਾ ਸਕੇ, ਕਿਉਂਕਿ ਸਮਾਂ ਬਦਲਦਾ। ਹੁਣ ਸਮਾਂ ਲੋਕਾਂ ਦਾ ਕਨਵੈਂਟ ਐਜੂਕੇਟਡ ਦਾ, ਤੇ ਅਸੀਂ ਵੀ ਯਤਨ ਕਰਦੇ ਹਾਂ। ਸਾਡੇ ਕੋਲ 11-12 ਜਿਹੜੇ ਸਕੂਲ ਆ ਉਹ CBSE ਪੈਟਰਨ ਦੇ ਚੱਲਦੇ ਤੇ ਬੜੇ ਵਧੀਆ ਚੱਲ ਰਹੇ ਆ। ਪੰਜਾਬੀ ਬੋਲੀ ਨੂੰ ਉੱਚਾ ਸਥਾਨ ਜਿਹੜਾ ਉਹ ਪੰਜਾਬੀ ਬੋਲੀ ਦਾ ਹੈ ਉਹ ਦਿੱਤਾ ਜਾਊ, ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ CBSE ਸਕੂਲਾਂ ਦੇ ਵਿੱਚ ਪੰਜਾਬੀ ਨੂੰ ਕਿਤੇ ਦਰਕਨਾਰ ਕਰ ਦਿੱਤਾ ਜਾਂਦਾ। ਦੇਖੋ CBSE ਮੈਂ ਬਹਿਦੇ ਨਾਲ ਕਹਿਣਾ, ਸਾਡੇ ਅੱਜ ਜਿਹੜੇ ਸਕੂਲ ਵੀ ਚੱਲਦੇ ਉਹਨਾਂ 'ਚ ਵੀ ਸਾਡਾ ਪੰਜਾਬੀ ਸਬਜੈਕਟ ਜਿਹੜਾ ਸਰਕਾਰ ਦੀਆਂ ਮਾਨਤਾਵਾਂ ਨਾਮ ਵੀ ਹੁਣ ਅਸੀਂ ਆਪ ਚਲਾ ਰਹੇ ਹਾਂ, ਤੇ ਅਸੀਂ ਗਾਂ ਵੀ ਅੱਜ ਦਿਨ ਹੁਣ ਮੇਰੀ ਚੋਣ ਹੋਈ, ਅਸੀਂ ਮਤਾ ਵੀ ਪਾਇਆ, ਸਰਕਾਰ ਤੋਂ ਮੰਗ ਵੀ ਕੀਤੀ, ਰਿਪਰੈਜ਼ੈਂਟੇਸ਼ਨ ਵੀ ਲੈ ਕੇ ਜਾਵਾਂਗੇ। ਤੇ ਪਹਿਲਾਂ ਵੀ ਅਸੀਂ ਜਿਹੜਾ ਇਹ ਸਿੱਖ ਇਤਿਹਾਸ ਦੇ ਵਿੱਚ ਤੋੜ ਮਰੋੜ ਕਰਦੇ, ਉਹਦੇ ਲਈ ਵੀ ਅਸੀਂ ਇੱਕ ਵਾਰੀ ਬੀਬੀ ਜੀ ਜਾ ਕੇ ਆਏ, ਆਪਣੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ, ਉਹਦੇ ਲਈ ਵੀ ਯਤਨ ਕਰਾਂਗੇ। ਤੇ ਪੰਜਾਬੀ ਜਿਹੜੀ ਆ CBSE ਦੇ ਵਿੱਚੋਂ ਉਡਾ ਰਹੇ, ਇਹਦੇ ਲਈ ਵੀ ਅਸੀਂ ਜਾ ਕੇ ਡੈਪੂਟੇਸ਼ਨ ਲਿਜਾ ਕੇ ਸਰਕਾਰ ਕੋਲੋਂ ਮੰਗ ਕਰਾਂਗੇ ਵੀ ਕੰਮ ਜਿਹੜਾ ਆ ਪੰਜਾਬ ਸੰਗਤ ਨੂੰ ਕੀ ਸੁਨੇਹਾ ਦੇਣਾ? ਸੰਗਤ ਨੂੰ ਮੈਂ ਕਹਿੰਦਾ ਵੱਧ ਤੋਂ ਵੱਧ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੀ ਕੌਮ ਦੀ ਆਪਣੀ ਇਹ ਸੰਸਥਾ ਆ, ਵੱਧ ਤੋਂ ਵੱਧ ਸਹਿਯੋਗ ਕਰੋ। ਇੱਕ ਸਿਆਣਿਆਂ ਨੇ ਕਿਹਾ ਸਾੜਨਾ ਰੀਸ ਕਰ, ਤੇ ਸ਼੍ਰੋਮਣੀ ਕਮੇਟੀ ਜੀ ਅੱਜ ਕੌਮ ਦੀ ਵੱਡੀ ਸੇਵਾ ਕਰ ਰਹੀ, ਉਹਦੇ ਵੀ ਸਾਰਿਆਂ ਨੂੰ ਯੋਗਦਾਨ ਆਪਣਾ ਤੇ ਆਪਣਾ ਜਿੱਦਾਂ ਕਹਿ ਲਈਏ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਗੱਲਬਾਤ ਕੀਤੀ ਹੈ ਹਰਜਿੰਦਰ ਸਿੰਘ ਧਾਮੀ ਜੀ ਦੇ ਨਾਲ, ਉਹਨਾਂ ਨੇ ਆਪਣੇ ਵਿਚਾਰ ਨੇ ਜਿਹੜੇ ਉਹ ਸੰਗਤ ਦੇ ਸਾਹਮਣੇ ਰੱਖੇ ਨੇ। ਤੁਸੀਂ KTV UK ਦੇ ਨਾਲ ਬਣੇ ਰਹੋ। ਕੈਮਰਾਮੈਨ ਸਹਿਯੋਗੀ ਸਿਮਰਤਪਾਲ ਸਿੰਘ ਦੇ ਨਾਲ ਮੈਂ ਮਨਦੀਪ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।